ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਦੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਹੁਨਰਮੰਦ ਕਾਮਿਆਂ ਨੂੰ ਪੱਕੀ ਇਮੀਗ੍ਰੇਸ਼ਨ ਦਾ ਸੱਦਾ। ਰਾਸ਼ਟਰਪਤੀ ਬਾਈਡਨ ਅਤੇ ਉਪ ਰਾਸ਼ਟਰਪਤੀ ਹੈਰਿਸ ਬੰਦੂਕ ਹਿੰਸਾ ਕਾਨੂੰਨ ਦੇ ਪਾਸ ਹੋਣ ਦਾ ਜਸ਼ਨ ਮਨਾਉਣ ਲਈ ਹੋਏ ਸ਼ਾਮਲ। ਇੰਡੀਗੋ ਦੇ ਕਰਮਚਾਰੀਆਂ ਲਈ ਖੁਸ਼ਖਬਰੀ, ਏਅਰਲਾਈਨ ਨੇ ਤਨਖਾਹ ਵਧਾਉਣ ਦਾ ਕੀਤਾ ਫੈਸਲਾ, ਯਾਤਰੀਆਂ ਨੂੰ ਮਿਲੇਗਾ ਆਰਾਮ। ਚੀਨ ਨਾਲ ਤਣਾਅ, ਅਮਰੀਕਾ ਨੇ ਆਸਟ੍ਰੇਲੀਆ ਵਿੱਚ ਖਤਰਨਾਕ ਪਰਮਾਣੂ ਬੰਬ B-2 ਸਪੁਰਦ ਕੀਤਾ ਤਾਇਨਾਤ। ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ ਹੋਏ ਕਰੋਨਾ ਪੋਜ਼ਿਟਿਵ। ਅਲ-ਕਾਇਦਾ ਮੈਂਬਰ ਦਾ ਪਿਤਾ ਅਮਰੀਕਾ ਤੋਂ ਅਫਗਾਨਿਸਤਾਨ ਵਾਪਸ ਭੇਜਿਆ ਗਿਆ। ਅਮਰੀਕਾ ਕੰਸਾਸ ਸਿਟੀ ਦੇ ਬਾਹਰ ਮੂਹਰੇ ਗੋਲੀਬਾਰੀ ਵਿੱਚ 1 ਹਲਾਕ, 5 ਜ਼ਖਮੀ। ਫ੍ਰਿਜ਼ਨੋ ਵਿਖੇ ਸਿੱਖ ਡਰਾਈਵਰ ਤੇ ਠੱਗੀ ਕਰਨ ਦੇ ਲੱਗੇ ਇਲਜ਼ਾਮ ਦੀ ਅਸਲ ਸਚਾਈ ਆਈ ਸਾਹਮਣੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬੀਤੇ ਦਿਨ ਐਕਸਪ੍ਰੈਸ ਐਂਟਰੀ ਦੇ ਡਰਾਅ ਬਹਾਲ ਕਰ ਦਿੱਤੇ ਗਏ ਅਤੇ ਪਹਿਲੇ ਡਰਾਅ ਵਿੱਚ ਹੁਨਰਮੰਦ ਕਾਮੇ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 1500 ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਭੇਜਿਆ ਗਿਆ। ਕੰਪਰੀਹੈਂਸਿਵ ਹੈਂਕਿੰਗ ਸਿਸਟਮ ਦਾ ਸਕੋਰ 557 ਰਿਹਾ, ਜਿਸ ਦਾ ਭਾਵ ਹੈ ਕਿ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਹੀ ਡਰਾਅ 'ਚ ਮੌਕਾ ਮਿਲ ਸਕਿਆ। ਸਕਿਲਡ ਵਰਕਰਸ ਪ੍ਰੋਗਰਾਮ ਦੇ ਡਰਾਅ ਮਾਰਚ 2020 ਤੋਂ ਬੰਦ ਸਨ ਅਤੇ CEC ਦੇ ਡਰਾਅ ਕੀਤੇ ਸਾਲ ਸਤੰਬਰ ਵਿੱਚ ਰੋਕੇ ਗਏ ਸਨ। ਇਸ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਅਪਲਾਈ ਕਰਨ ਤੇ ਇੰਤਜ਼ਾਰ ਕਰ ਰਹੇ ਅਰਜ਼ੀਕਰਤਾਵਾਂ ਦੀ ਗਿਣਤੀ 25 ਲੱਖ ਦੇ ਕਰੀਬ ਹੋ ਚੁੱਕੀ ਹੈ। ਪਰ ਇਮੀਗ੍ਰੇਸ਼ਨ ਮੰਤਰੀ ਸਟੀਨ ਫਰੇਜ਼ਰ ਨੇ ਕਿਹਾ ਕਿ ਹੁਣ ਦੇ ਡਰਾਅ ਤੋਂ ਬਾਅਦ ਜੋ ਉਮੀਦਵਾਰ ਅਪਲਾਈ ਕਰਨਗੇ ਉਹਨਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨਿਆਂ ਵਿੱਚ ਕਰ ਦਿੱਤਾ ਜਾਇਆ ਕਰੇਗਾ। ਸਕਿਲਡ ਵਰਕਰਸ ਵਾਸਤੇ ਕੈਨੇਡਾ ਦੇ ਦਰਵਾਜ਼ੇ 1967 ਵਿੱਚ ਖੋਲ੍ਹੇ ਗਏ ਸਨ ਅਤੇ ਕਰੋਨਾ ਮਹਾਮਾਰੀ ਕਰਕੇ ਮਾਰਚ 2020 ਵਿੱਚ ਇਸ ਪ੍ਰੋਗਰਾਮ ਨੂੰ ਰੋਕਣਾ ਪਿਆ ਸੀ। ਆਮ ਤੌਰ ਤੇ ਹਰੇਕ ਸਾਲ ਕੈਨੇਡਾ ਵੱਲੋਂ ਦਿੱਤੇ ਜਾਂਦੇ ਪੱਕੇ ਵੀਜ਼ਿਆਂ ਵਿੱਚ 45% ਸਕਿਲਡ ਵਰਕਰਸ ਹੁੰਦੇ ਨੇ, ਜਿਨ੍ਹਾਂ ਨੂੰ ਕੈਨੇਡਾ ਦੀ ਰੁਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਪਹਿਲ ਦਿੱਤੀ ਜਾਂਦੀ ਹੈ। ਕੈਨੇਡਾ ਵਿੱਚ ਪਹੁੰਚ ਚੁੱਕੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਲਈ CEC ਤਹਿਤ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੌਖਾ ਹੋ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਅਤੇ ਉਪ ਰਾਸ਼ਟਰਪਤੀ ਹੈਰਿਸ ਬੰਦੂਕ ਹਿੰਸਾ ਤੋਂ ਬਚੋ ਲੋਕਾਂ, ਪੀੜਤਾਂ ਦੇ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਚੁਣੇ ਹੋਏ ਅਧਿਕਾਰੀਆਂ ਨਾਲ ਬਿਪਾਰਸਟੀਨ ਸੇਫਰ ਕਮਿਊਨਿਟੀਜ਼ ਐਕਟ ਪਿਛਲੇ 30 ਸਾਲਾਂ ਵਿੱਚ ਸਭ ਤੋਂ ਮਹੱਤਵਪੂਰਨ ਬੰਦੂਕ ਹਿੰਸਾ ਕਾਨੂੰਨ ਦੇ ਪਾਸ ਹੋਣ ਦਾ ਜਸ਼ਨ ਮਨਾਉਣ ਲਈ ਸ਼ਾਮਲ ਹੋਏ। ਰਾਸ਼ਟਰਪਤੀ ਬਾਈਡਨ ਨੇ ਬੰਦੂਕ ਦੀ ਹਿੰਸਾ ਨੂੰ ਘਟਾਉਣ ਲਈ ਕਾਰਵਾਈਆਂ ਤੇ ਇਤਿਹਾਸਕ ਤਰੱਕੀ ਕੀਤੀ ਹੈ। ਬੰਦੂਕ ਦੇ ਅਪਰਾਧ ਨੂੰ ਘਟਾਉਣ ਲਈ ਆਪਣੀ ਵਿਆਪਕ ਰਣਨੀਤੀ ਨੂੰ ਲਾਗੂ ਕਰਨ ਲਈ ਬਾਈਡਨ ਪ੍ਰਸ਼ਾਸਨ ਨੇ ਆਪਣੇ ਪ੍ਰਸ਼ਾਸਨ ਵਿੱਚ ਇਸ ਸਮੇਂ ਕਿਸੇ ਵੀ ਹੋਰ ਰਾਸ਼ਟਰਪਤੀ ਨਾਲੋਂ ਬੰਦੂਕ ਹਿੰਸਾ ਨੂੰ ਘਟਾਉਣ ਲਈ ਵਧੇਰੇ ਕਾਰਜਕਾਰੀ ਕਾਰਵਾਈ ਕੀਤੀ ਹੈ। ਰਾਸ਼ਟਰਪਤੀ ਬਿਪਾਰਸਟੀਨ ਸੇਫਰ ਕਮਿਊਨਿਟੀਜ਼ ਐਕਟ ਦਾ ਜਸ਼ਨ ਮਨਾ ਰਹੇ ਸਨ, ਜੋ 30 ਸਾਲਾਂ ਵਿੱਚ ਕਾਂਗਰਸ ਦੁਆਰਾ ਪਾਸ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਬੰਦੂਕ ਹਿੰਸਾ ਘਟਾਉਣ ਵਾਲਾ ਕਾਨੂੰਨ ਹੈ। ਬਾਈਡਨ ਪ੍ਰਸ਼ਾਸਨ ਬੰਦੂਕ ਹਿੰਸਾ ਦੀ ਮਹਾਮਾਰੀ ਨੂੰ ਹੱਲ ਕਰਨ ਲਈ ਆਪਣੇ ਨਿਪਟਾਰੇ ਤੇ ਸਾਰੇ ਸਾਧਨਾਂ ਦੀ ਵਰਤੋਂ ਕਰਨਾ ਜਾਰੀ ਰੱਖੇਗਾ। ਰਾਸ਼ਟਰਪਤੀ ਦਾ ਵਿੱਤੀ ਸਾਲ 2023 ਦਾ ਬਜਟ ਅਪਰਾਧ ਨਾਲ ਲੜਨ ਲਈ $32 ਬਿਲੀਅਨ ਵਾਧੂ ਫੰਡਿੰਗ ਦਾ ਪ੍ਰਸਤਾਵ ਕਰਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕਰ ਲਿਆ, ਹੁਣ ਜਿਸ ਨਾਲ ਆਮ ਯਾਤਰੀਆਂ ਨੂੰ ਆਰਾਮ ਮਿਲੇਗਾ। ਏਅਰਲਾਈਨ ਦੇ ਟੈਕਨੀਸ਼ੀਅਨ ਇਕੱਠੇ ਬਿਮਾਰੀ ਦੀ ਛੁੱਟੀ ਤੇ ਚਲੇ ਗਏ ਸਨ। ਇਸ ਦੇ ਜ਼ਰੀਏ ਉਹ ਏਅਰਲਾਈਨ ਤੇ ਦਬਾਅ ਬਣਾਉਣਾ ਚਾਹੁੰਦੇ ਸਨ। ਉਸ ਦੀ ਪਹੁੰਚ ਨੇ ਕੰਮ ਕੀਤਾ ਤੇ ਹੁਣ ਏਅਰਲਾਈਨਸ ਨੇ ਜਹਾਜ਼ ਦੀ ਸਾਂਭ ਸੰਭਾਲ ਕਰਨ ਵਾਲੇ ਤਕਨੀਕੀ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਕੀਤਾ। ਦੱਸ ਦਈਏ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਅਤੇ ਹੈਦਰਾਬਾਦ ਹਵਾਈ ਅੱਡਿਆਂ ਤੇ ਜ਼ਿਆਦਾਤਰ ਤਕਨੀਕੀ ਸਟਾਫ ਬਿਮਾਰੀ ਦੀ ਛੁੱਟੀ ਤੇ ਚਲੇ ਗਏ ਸਨ, ਜਿਸ ਕਾਰਨ ਏਅਰਲਾਈਨਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋਈ ਸੀ। ਕੰਪਨੀ ਹੁਣ ਕੋਵਿਡ-19 ਮਹਾਮਾਰੀ ਕਾਰਨ ਤਨਖਾਹ ਵਿੱਚ ਕਟੌਤੀ ਨੂੰ ਖਤਮ ਕਰੇਗੀ। ਇਹ ਜਾਣਕਾਰੀ ਕੰਪਨੀ ਦੇ ਅੰਦਰੂਨੀ ਪੱਧਰ ਤੇ ਜਾਰੀ ਈਮੇਲ ਤੋਂ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ਦੀ ਰੱਖ ਰਖਾਅ ਤਕਨੀਕੀ ਸਟਾਫ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੈਦਰਾਬਾਦ ਅਤੇ ਦਿੱਲੀ ਵਿੱਚ ਆਪਣੀਆਂ ਤਨਖਾਹਾਂ ਦੇ ਵਿਰੋਧ ਵਿੱਚ ਹੜਤਾਲ ਕੀਤੀ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਇੰਡੀਗੋ ਦੀਆਂ 55% ਘਰੇਲੂ ਉਡਾਣਾਂ ਲੇਟ ਹੋਈਆਂ ਸਨ। ਵੱਡੀ ਗਿਣਤੀ ਵਿੱਚ ਕੰਪਨੀ ਦੇ ਕਰੂ ਮੈਂਬਰਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਛੁੱਟੀ ਲਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਕਰਮਚਾਰੀ ਏਅਰ ਇੰਡੀਆ ਓਪਨ ਭਰਤੀ ਵਿੱਚ ਹਿੱਸਾ ਲੈਣ ਗਏ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ-19 ਮਹਾਮਾਰੀ ਦੇ ਸਿਖਰ ਦੌਰਾਨ ਇੰਡੀਗੋ ਨੇ ਕਰਮਚਾਰੀਆਂ ਦੇ ਇੱਕ ਵੱਡੇ ਵਰਗ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਹੈ। ਇੰਡੀਗੋ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ SC ਗੁਪਤਾ ਨੇ ਸੋਮਵਾਰ ਨੂੰ ਇਸ ਸੰਬੰਧ ਵਿੱਚ ਏਅਰਕ੍ਰਾਫਟ ਮੇਨਟੇਨੈਂਸ ਸਟਾਫ ਨੂੰ ਇੱਕ ਈਮੇਲ ਭੇਜੀ।
ਆਸਟ੍ਰੇਲੀਆ ਅਤੇ ਚੀਨ ਵਿੱਚ ਵੱਧਦੇ ਤਣਾਅ ਦਰਮਿਆਨ ਅਮਰੀਕੀ ਫੌਜ ਹਰਕਤ ਵਿੱਚ ਆ ਗਈ ਹੈ। ਅਮਰੀਕਾ ਨੇ ਆਪਣੇ ਸਭ ਤੋਂ ਖਤਰਨਾਕ ਪਰਮਾਣੂ ਬੰਬਾਰ B-2 ਸਪਿਰਿਟ ਨੂੰ ਆਸਟ੍ਰੇਲੀਆਈ ਹਵਾਈ ਸੈਨਾ ਦੇ ਅੰਬਰਲੇ 에ਅਰਬੇਸ ਤੇ ਤਾਇਨਾਤ ਕੀਤਾ ਹੈ। ਅਮਰੀਕੀ ਹਵਾਈ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇੰਡੋ ਪੈਸੀਫਿਕ ਖੇਤਰ ਨੂੰ ਸੁਤੰਤਰ ਅਤੇ ਮੁਕਤ ਬਣਾਉਣ ਲਈ ਇਨ੍ਹਾਂ ਬੰਬਾਰਾਂ ਰਾਹੀਂ ਸਹਿਯੋਗੀਆਂ ਨਾਲ ਅਭਿਆਸ ਅਤੇ ਸਿਖਲਾਈ ਕੀਤੀ ਜਾਏਗੀ। ਇਹ ਬੰਬਾਰ 10 ਜੁਲਾਈ ਨੂੰ ਤਾਇਨਾਤ ਕੀਤੇ ਗਏ ਨੇ। ਇਹ ਜਹਾਜ਼ ਅਮਰੀਕਾ ਦੇ ਮਿਸੌਰੀ 에ਅਰਬੇਸ ਤੋਂ ਆਏ ਨੇ। ਇੱਥੋਂ ਤੱਕ ਕਿ ਰਡਾਰ ਵੀ ਇਸ ਬੰਬਾਰ ਨੂੰ ਫੜਨ ਵਿੱਚ ਸਮਰੱਥ ਨਹੀਂ ਹੈ। ਅਮਰੀਕੀ ਹਵਾਈ ਸੈਨਾ ਨੇ ਕਿਹਾ ਕਿ B-2 ਬੰਬਾਰ ਪ੍ਰਸ਼ਾਂਤ ਹਵਾਈ ਸੈਨਾ ਦੀ ਬੰਬਾਰ ਟਾਸਕ ਫੋਰਸ ਦੀ ਮਦਦ ਕਰਨਗੇ। ਅਮਰੀਕੀ ਕਮਾਂਡਰ ਲੈਫਟੀਨੈਂਟ ਕਰਨਲ ਐਂਡਰੀਵ ਕੋਸਕਾਰਡ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ B-2 ਬੰਬਾਰ ਦੀ ਤਾਇਨਾਤੀ ਸਾਡੇ ਤਿਆਰੀ ਨੂੰ ਵਧਾਏਗੀ ਅਤੇ ਹਵਾਈ ਸੈਨਾ ਨੂੰ ਲੰਬੀ ਦੂਰੀ ਤੋਂ ਭਿਆਨਕ ਹਮਲੇ ਕਰਨ ਦੀ ਸ਼ਕਤੀ ਦੇਵੇਗੀ। ਅਸੀਂ ਆਪਣੇ ਆਸਟ੍ਰੇਲੀਆਈ ਸਹਿਯੋਗੀਆਂ ਅਤੇ ਇੰਡੋ ਪੈਸੀਫਿਕ ਖੇਤਰਾਂ ਦੇ ਦੇਸ਼ਾਂ ਨਾਲ ਸਿਖਲਾਈ ਆਦਾਨ ਪ੍ਰਦਾਨ ਦੀ ਉਮੀਦ ਕਰਦੇ ਹਾਂ। US ਰਣਨੀਤਿਕ ਕਮਾਂਡ ਨਿਯਮਿਤ ਤੌਰ ਤੇ ਦੁਨੀਆ ਭਰ ਦੇ ਬੰਬਾਰ ਲਈ ਟਾਸਕ ਫੋਰਸ ਆਪਰੇਸ਼ਨ ਕਰਦੀ ਹੈ। ਅਮਰੀਕੀ ਹਵਾਈ ਸੈਨਾ ਨੇ ਕਿਹਾ ਕਿ ਸਮੂਹਿਕ ਰੱਖਿਆ ਦੇ ਸਿਧਾਂਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਅਗਸਤ 2020 ਵਿੱਚ ਵੀ B-2 ਜਹਾਜ਼ ਇੰਡੋ ਪੈਸੀਫਿਕ ਖੇਤਰ ਵਿੱਚ ਤਾਇਨਾਤ ਕੀਤੇ ਗਏ ਸਨ। ਅਮਰੀਕੀ ਹਵਾਈ ਸੈਨਾ ਨੇ ਇਹ ਤਾਇਨਾਤੀ ਅਜਿਹੇ ਸਮੇਂ ਕੀਤੀ ਹੈ ਜਦੋਂ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਤਣਾਅ ਕਾਫੀ ਵੱਧ ਗਿਆ। ਚੀਨ ਨਾਲ ਨਜਿੱਠਣ ਲਈ ਆਸਟ੍ਰੇਲੀਆ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਮਿਲਟਰੀ ਸਮਝੌਤਾ ਕੀਤਾ। ਅਮਰੀਕਾ ਹੁਣ ਆਸਟ੍ਰੇਲੀਆ ਲਈ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ ਬਣਾ ਰਿਹਾ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ B-2 ਸਪਿਰਿਟ ਦੁਨੀਆ ਦਾ ਸਭ ਤੋਂ ਘਾਤਕ ਬੰਬਾਰ ਮੰਨਿਆ ਜਾਂਦਾ ਹੈ। ਇਹ ਬੰਬਾਰ ਜਹਾਜ਼ 16 B-617 ਪਰਮਾਣੂ ਹਥਿਆਰਾਂ ਨੂੰ ਲਿਜਾ ਸਕਦਾ ਹੈ। B-61-12 ਪਰਮਾਣੂ ਹਥਿਆਰਾਂ ਨੂੰ ਬਹੁਤ ਹੀ ਘਾਤਕ ਅਤੇ ਸਟੀਕ ਹਮਲੇ ਦੇ ਨਾਲ ਅਮਰੀਕੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਇਹ ਬੰਬਾਰ ਜਹਾਜ਼ ਦੁਸ਼ਮਣ ਦੀ ਹਵਾਈ ਰੱਖਿਆ ਨੂੰ ਚਕਮਾ ਦੇ ਕੇ ਆਸਾਨੀ ਨਾਲ ਆਪਣੇ ਖੇਤਰ 'ਚ ਦਾਖਲ ਹੋ ਜਾਂਦਾ ਹੈ। ਇਸ ਬੰਬਾਰ ਤੇ 1000 ਕਿਲੋਗ੍ਰਾਮ ਦੇ ਰਵਾਇਤੀ ਬੰਬ ਵੀ ਲੋਡ ਕੀਤੇ ਜਾ ਸਕਦੇ ਨੇ। ਇਸ ਬੰਬਾਰ ਨੂੰ ਦੁਸ਼ਮਣ ਦੀ ਜ਼ਮੀਨ ਤੇ ਹਮਲਾ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ ਅਤੇ ਉਹਨਾਂ ਦੀਆਂ ਬਹੁਤ ਹਲਕੇ ਲੱਛਣਾਂ ਦੀਆਂ ਅਨੁਭਵ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ। ਉਹਨਾਂ ਦੇ ਬੁਲਾਰੇ ਨੇ ਕਿਹਾ ਕਿ 71 ਸਾਲਾ ਸ਼ੂਮਰ ਵੱਲੋਂ ਪੂਰੀ ਤਰ੍ਹਾਂ ਸਾਰੇ ਟੀਕੇ ਲਗਾਏ ਗਏ ਸਨ ਅਤੇ ਉਹਨਾਂ ਨੂੰ 2 ਬੂਸਟਰ ਸ਼ਾਟ ਵੀ ਲੱਗੇ ਸਨ। ਬੁਲਾਰੇ ਜਸਟਿਨ ਗੁੱਡਮੈਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਨਿਊਯਾਰਕ ਡੈਮੋਕ੍ਰੇਟ ਰਿਮੋਟ ਤੋਂ ਕੰਮ ਕਰਦੇ ਹੋਏ ਇਸ ਹਫ਼ਤੇ ਸੰਘੀ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਤਾਹੇ ਤੋਂ ਕੁਆਰੰਟਾਈਨ ਦੀ ਪਾਲਣਾ ਕਰ ਰਹੇ ਨੇ। ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਕੋਈ ਵੀ ਵਿਅਕਤੀ ਜੋ ਲੀਡਰ ਸ਼ੂਮਰ ਨੂੰ ਜਾਣਦਾ ਹੈ, ਭਾਵੇਂ ਉਹ ਸਰੀਰਕ ਤੌਰ ਤੇ ਕੈਪੀਟਲ ਵਿੱਚ ਅਜੇ ਨਹੀਂ ਹੈ, ਪਰ ਵਰਚੁਅਲ ਮੀਟਿੰਗ ਅਤੇ ਉਸਦੇ ਡੈਨਮਾਰਕ ਫਲਿਪ ਫੋਨ ਦੁਆਰਾ ਉਹ ਆਪਣੇ ਮਜ਼ਬੂਤ ਕਾਰਜਕ੍ਰਮ ਨੂੰ ਜਾਰੀ ਰੱਖੇਗਾ ਅਤੇ ਆਪਣੇ ਸਾਥੀਆਂ ਨਾਲ ਨਿਰੰਤਰ ਸੰਪਰਕ ਵਿੱਚ ਰਹੇਗਾ। ਨਿਊਯਾਰਕ ਸਾਬੇ ਵਿੱਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਕਰਨ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਲ-ਕਾਇਦਾ ਦੇ ਇੱਕ ਮੈਂਬਰ ਦੇ ਪਿਤਾ ਨੂੰ ਅਮਰੀਕਾ ਤੋਂ ਅਫਗਾਨਿਸਤਾਨ ਡਿਪੋਰਟ ਕਰ ਦਿੱਤਾ ਗਿਆ। ਧਮਕੀਆਂ ਦੀ ਸਾਜ਼ਿਸ਼ ਦਾ ਇਹ ਕੇਸ 2009 ਦਾ ਹੈ। ਮੁਹੰਮਦ ਵਲੀ ਜ਼ਾਜ਼ੀ ਨੂੰ ਫਰਵਰੀ 2012 ਵਿੱਚ ਵੀਜ਼ਾ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਅੜਿੱਕਾ ਪਾਉਣ ਅਤੇ ਅੜਿੱਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ। ਅਮਰੀਕਾ ਦੇ ਆਵਾਸ ਤੇ ਕਸਟਮ ਵਿਭਾਗ ਨੇ ਮੁਹੰਮਦ ਨੂੰ 13 ਜੂਨ ਨੂੰ ਮੁਲਕ ਤੋਂ ਵਾਪਸ ਅਫਗਾਨਿਸਤਾਨ ਭੇਜ ਦਿੱਤਾ। ਦੱਸਣਯੋਗ ਹੈ ਕਿ ਜਾਜ਼ੀ ਦਾ ਪੁੱਤਰ ਨਜ਼ੀਬੁੱਲਾ ਜਾਜ਼ੀ ਅਲ-ਕਾਇਦਾ ਦਾ ਮੈਂਬਰ ਹੈ ਤੇ ਉਸ ਨੂੰ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ। ਜਾਜ਼ੀ ਅਗਸਤ 1990 ਵਿੱਚ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਅਕਤੂਬਰ 2007 ਵਿੱਚ ਨਾਗਰਿਕ ਬਣ ਗਿਆ ਸੀ। ਨਿਊਯਾਰਕ ਦੀ ਅਦਾਲਤ ਨੇ ਫਰਵਰੀ 2012 ਵਿੱਚ ਮੁਹੰਮਦ ਵਲੀ ਨੂੰ 54 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਸੁਣਾਈ। ਜਾਜ਼ੀ ਦੀ ਨਾਗਰਿਕਤਾ ਨਵੰਬਰ 2018 ਵਿੱਚ ਕੋਲੋਰਾਡੋ ਦੀ ਅਦਾਲਤ ਨੇ ਵਾਪਸ ਲੈ ਲਈ ਸੀ। ਡੈਨਵਰ ਸੂਬੇ ਦੇ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਦੇ ਕੰਸਾਸ ਸਿਟੀ ਵਿੱਚ ਇੱਕ ਬਾਰ ਦੇ ਬਾਹਰ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਮਿਸੌਰੀ ਸਟੇਟ ਹਾਈਵੇ ਗਸ਼ਤ ਟੁਕੜੀ ਦੇ ਹਵਾਲੇ ਨਾਲ ਟੈਲੀਵਿਜ਼ਨ ਸਟੇਸ਼ਨਾਂ KCTV ਅਤੇ KMBC ਨੇ ਦੱਸਿਆ ਗੋਲੀਬਾਰੀ ਵੈਸਟਪੋਰਟ ਟੈਲੀ ਹਾਊਸ ਦੇ ਅੰਦਰ ਗੜਬੜੀ ਮਗਰੋਂ ਐਤਵਾਰ ਰਾਤ ਲਗਭਗ 11 ਵਜੇ ਹੋਈ। ਗਸ਼ਤ ਟੀਮ ਮੁਤਾਬਕ 3 ਆਫ ਡਿਊਟੀ ਕੰਸਾਸ ਸਿਟੀ ਅਧਿਕਾਰੀ ਬਾਰ ਵਿੱਚ ਸੁਰੱਖਿਆ ਕਾਰਜਾਂ ਵਿੱਚ ਲੱਗੇ ਸਨ ਅਤੇ ਗੋਲੀਬਾਰੀ ਦੌਰਾਨ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਵਿੱਚੋਂ ਕੋਈ ਜ਼ਖਮੀ ਨਹੀਂ ਹੋਇਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਤੇ ਦਿਨੀ ਫਰਜ਼ਨੋ ਦੇ ਕੁਝ ਟੀਵੀ ਚੈਨਲਾਂ, ਰੇਡੀਓ ਸਟੇਸ਼ਨਜ਼ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸਰਗਰਮ ਕੁਝ ਸੱਜਣਾਂ ਨੇ ਠੱਗੀ ਨਾਲ ਸੰਬੰਧਿਤ
ਇੱਕ ਖਬਰ ਨੂੰ ਬੜੇ ਜੋਸ਼ੋ ਖਰੋਸ਼ ਨਾਲ ਸਮੁੱਚੇ ਭਾਈਚਾਰੇ ਵਿੱਚ ਲਿਆਂਦਾ ਸੀ। ਇਸ ਖਬਰ ਵਿੱਚ ਇਹ ਵੀ ਵਿਖਾਇਆ ਗਿਆ ਕਿ ਕਿਵੇਂ ਦਸਤਾਰਧਾਰੀ ਸਿੱਖ ਵਿਅਕਤੀ ਨੇ ਬਜ਼ੁਰਗ ਗੋਰੀ ਮਾਤਾ ਨਾਲ $9000 ਦੀ ਠੱਗੀ ਮਾਰੀ ਹੈ, ਜਿਸ ਇਨਸਾਨ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਜਦੋਂ ਇਹ ਵੀਡੀਓ ਉਸ ਸਿੱਖ ਵਿਅਕਤੀ ਤੱਕ ਪਹੁੰਚੀ ਤਾਂ ਉਸਦੇ ਮਨ ਨੂੰ ਬਹੁਤ ਠੇਸ ਪਹੁੰਚੀ। ਇਸ ਉਪਰੰਤ ਉਸਨੇ ਮੀਡੀਆ ਨਾਲ ਸੰਪਰਕ ਕਰਕੇ ਆਪਣੇ ਪੱਖ ਦੀ ਸਾਰੀ ਗੱਲ ਸਪਸ਼ਟ ਕਰਦੇ ਹੋਏ ਆਪਣੇ ਤੇ ਲੱਗੇ ਝੂਠੇ ਇਲਜ਼ਾਮਾਂ ਨੂੰ ਨਕਾਰਿਆ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਵਿਅਕਤੀ, ਜਿਸ ਦਾ ਨਾਮ ਰਾਜ ਕਿਸ਼ਨਪੁਰਾ ਹੈ, ਨੇ ਦੱਸਿਆ ਕਿ ਉਹ ਫ੍ਰਿਜ਼ਨੋ ਵਿਖੇ ਪਿਛਲੇ 5 ਸਾਲਾਂ ਤੋਂ ਰਹਿ ਰਿਹਾ ਅਤੇ ਉਹ ਇੱਕ ਟੈਕਸੀ ਡਰਾਈਵਰ ਹੈ। ਉਸਨੇ ਸਾਰੀ ਦਾਸਤਾਨ ਦੱਸਦੇ ਹੋਏ ਕਿਹਾ ਕਿ ਉਸਨੂੰ ਇੱਕ ਕਾਲ ਆਉਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਮੇਰੀ ਮਾਤਾ ਨੂੰ ATM ਮਸ਼ੀਨ ਤੱਕ ਰਾਈਡ ਚਾਹੀਦੀ ਹੈ। ਡਰਾਈਵਰ ਰਾਜ ਕਿਸ਼ਨਪੁਰਾ ਮਾਤਾ ਨੂੰ ਰਾਈਡ ਦਿੰਦਾ ਹੈ ਅਤੇ ਉਸਦੀ ਹਰ ਪੱਖ ਤੋਂ ਮਦਦ ਕਰਦਾ ਹੈ। ਅਖੀਰ ਮਾਤਾ ਉਸਨੂੰ $85 ਕਿਰਾਇਆ ਤੇ $15 ਟਿਪ, ਕੁੱਲ $100 ਦੇ ਕੇ ਘਰ ਨੂੰ ਤੁਰਦੀ ਹੈ। ਅਸਲੀਅਤ ਵਿੱਚ ਉਹ ਬਜ਼ੁਰਗ ਮਾਤਾ ਕਿਸੇ ਹੈਕਰ ਦੇ ਕਹੇ ਅਨੁਸਾਰ ਡਰਦੀ ਹੋਈ ਇਹ ਸਭ ਕਰ ਰਹੀ ਹੁੰਦੀ ਹੈ, ਜਿਸ ਦਾ ਬਾਅਦ ਵਿੱਚ ਪਤਾ ਲੱਗਾ ਹੈ ਕਿ ਹੈਕਰ ਮਾਤਾ ਨਾਲ ਫਰਾਡ ਕਰ ਗਿਆ। ਪਰ ਬਿਨਾਂ ਲੋਕਲ ਮੀਡੀਆ ਨੇ ਬਿਨਾਂ ਸੱਚਾਈ ਜਾਣੇ ਉੱਥੇ ਲੱਗੇ ਸਿਕਿਉਰਿਟੀ ਕੈਮਰਿਆਂ ਦੀ ਵੀਡੀਓ ਦੇ ਆਧਾਰ ਤੇ ਰਾਜ ਕਿਸ਼ਨਪੁਰਾ ਦੀ ਫੋਟੋ ਨੂੰ ਹੈਕਰ ਸਮਝ ਕੇ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਕੀਤਾ। ਜਦੋਂ ਰਾਜ ਕਿਸ਼ਨਪੁਰਾ ਨੂੰ ਇਸ ਵਾਇਰਲ ਵੀਡੀਓ ਬਾਰੇ ਪਤਾ ਲੱਗਿਆ ਤਾਂ ਉਹ ਖੁਦ ਫ੍ਰਿਜ਼ਨੋ ਪੁਲਿਸ ਸਟੇਸ਼ਨ ਗਿਆ, ਜਿੱਥੇ ਜਾ ਕੇ ਸੰਬੰਧਿਤ ਪੁਲਿਸ ਅਫਸਰ ਨਾਲ ਗੱਲਬਾਤ ਕਰਕੇ ਉਹਨਾਂ ਨੇ ਇਸ ਕੇਸ ਵਿੱਚ ਆਪਣਾ ਨਾਮ ਕਲੀਅਰ ਕਰਵਾਉਂਦੇ ਹੋਏ ਆਪਣੀ ਸਾਰੀ ਅਸਲ ਕਹਾਣੀ ਦੱਸੀ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਰਾਜ ਕਿਸ਼ਨਪੁਰਾ ਨੇ ਮੀਡੀਆ ਵਾਲੇ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਸੱਚਾਈ ਜਾਣੇ ਕਿਸੇ ਦੀ ਇਸ ਤਰੀਕੇ ਖਿੱਲੀ ਨਹੀਂ ਉਡਾਉਣੀ ਚਾਹੀਦੀ। ਅਜਿਹਾ ਕਰਦੇ ਹੋਏ ਜਿੱਥੇ ਕਿਸੇ ਨੂੰ ਝੂਠੇ ਦੋਸ਼ ਵਿੱਚ ਫਸਾਇਆ ਜਾਂਦਾ ਹੈ, ਉੱਥੇ ਸਮੁੱਚੇ ਭਾਈਚਾਰੇ ਵਿੱਚ ਸਿਰ ਵੀ ਨੀਵਾ ਹੁੰਦਾ। ਰਾਜ ਕਿਸ਼ਨਪੁਰਾ ਦੀ ਪੁਲਿਸ ਅੱਗੇ ਸੱਚੀ ਗੱਲ ਕਰਨ ਕਰਕੇ ਜਿੱਥੇ ਸਮੁੱਚੀ ਪੰਜਾਬੀ ਭਾਈਚਾਰੇ ਦਾ ਨਾਮ ਸ਼ਰਮਸਾਰ ਹੋਣ ਤੋਂ ਬਚ ਗਿਆ, ਉੱਥੇ ਅਖੌਤੀ ਪੱਤਰਕਾਰੀ ਲਈ ਵੀ ਸਬਕ ਹੈ ਕਿ ਸੁਣੀਆਂ ਸੁਣਾਈਆਂ ਗੱਲਾਂ ਨੂੰ ਮੀਡੀਆ ਵਿੱਚ ਲਿਆਉਣ ਤੋਂ ਪਹਿਲਾਂ ਘੋਖ ਪੜਤਾਲ ਜ਼ਰੂਰੀ ਕਰਨ। ਨਿਊਯਾਰਕ ਦੇ ਉੱਤਰੀ ਹਰਲੇਮ ਰੇਲਵੇ ਸਬ ਸਟੇਸ਼ਨ ਦੇ ਪਲੇਟਫਾਰਮ ਉੱਪਰ ਇੱਕ 14 ਸਾਲਾ ਲੜਕੇ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਿਊਯਾਰਕ ਪੁਲਿਸ ਵਿਭਾਗ ਦੇ ਚੀਫ ਆਫ ਟ੍ਰਾਂਜ਼ਿਟ ਜੈਸਨ ਵਿਲਕਾਕਸ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਕੁਝ ਲੋਕਾਂ ਵਿਚਾਲੇ ਸੜਕ ਉੱਪਰ ਝਗੜਾ ਹੋਇਆ ਤੇ ਇਹ ਝਗੜਾ ਰੇਲਵੇ ਸਟੇਸ਼ਨ ਤੇ ਵੀ ਜਾਰੀ ਰਿਹਾ, ਜਿਸ ਦਾ ਸਿੱਟਾ ਇੱਕ ਲੜਕੇ ਦੀ ਹੱਤਿਆ ਦੇ ਰੂਪ ਵਿੱਚ ਨਿਕਲਿਆ। ਲੜਕੇ ਦੇ ਪੇਟ ਤੇ ਛੁਰੇ ਵਾਲੇ ਬਾਰ ਕੀਤੇ ਗਏ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇੱਕ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਤੋਂ ਛੁਰਾ ਵੀ ਬਰਾਮਦ ਕਰ ਲਿਆ। ਸੇਵਾ ਭਾਵਨਾ ਤੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦੇਣ ਵਾਲੇ ਸਿੱਖ ਭਾਈਚਾਰੇ ਨੂੰ ਅਮਰੀਕਾ ਵਿੱਚ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਸਿੱਖਾਂ ਤੇ ਹਮਲੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਹੁਣ ਕੈਨੇਡਾ ਜਿਹੇ ਸ਼ਾਂਤੀ ਪਸੰਦ ਮੁਲਕ ਵਿੱਚ ਵੀ ਇਹੋ ਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਿੱਖ ਮਹਿਲਾ ਤੇ ਉਸਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਸ਼ੱਕੀ ਨੇ ਉਹਨਾਂ ਦੋਵਾਂ ਨੂੰ ਅੱਗ ਲਾਉਣ ਦਾ ਯਤਨ ਕੀਤਾ, ਪਰ ਉਹਨਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ontario ਦੇ 2 ਸ਼ਹਿਰਾਂ ਬ੍ਰੈਂਪਟਨ ਤੇ ਮਿਸੀਸਾਗਾ ਵਿੱਚ ਕਾਰ ਚੋਰਾਂ ਦੇ ਹੌਸਲੇ ਦਿਨੋ-ਦਿਨ ਹੋਰ ਵੱਧਦੇ ਜਾ ਰਹੇ ਨੇ। ਇਸ ਦੇ ਚੱਲਦਿਆਂ ਹੀ ਪਿਛਲੇ 1 ਮਹੀਨੇ ਵਿੱਚ ਇਹਨਾਂ ਦੋਵਾਂ ਸ਼ਹਿਰਾਂ ਵਿੱਚੋਂ 335 ਕਾਰਾਂ ਚੋਰੀ ਹੋਈਆਂ, ਜਦਕਿ ਇਸ ਤੋਂ ਪਹਿਲਾਂ 3 ਤੋਂ 9 ਜੂਨ ਤੱਕ 7 ਦਿਨਾਂ ਦੌਰਾਨ 86 ਕਾਰਾਂ ਚੋਰੀ ਹੋਈਆਂ ਸਨ। ਪੀਲ ਰੀਜਨਲ ਪੁਲਿਸ ਦੇ ਕ੍ਰਾਈਮ ਮੈਪਿੰਗ ਡਾਟਾ ਮੁਤਾਬਕ ਬੀਤੀ 7 ਜੂਨ ਤੋਂ 6 ਜੁਲਾਈ ਤੱਕ ਚੋਰ ਇਹਨਾਂ ਦੋਵਾਂ ਸ਼ਹਿਰਾਂ ਵਿੱਚੋਂ 355 ਕਾਰਾਂ ਲੈ ਕੇ ਰਫੂ ਚੱਕਰ ਹੋ ਗਏ। ਇਸ ਦੌਰਾਨ 212 ਕਾਰਾਂ ਇਕੱਲੇ ਮਿਸੀਸਾਗਾ ਵਿੱਚੋਂ ਚੋਰੀ ਹੋਈਆਂ, ਜਦਕਿ 143 ਕਾਰਾਂ ਬ੍ਰੈਂਪਟਨ ਵਿੱਚੋਂ ਚੋਰੀ ਹੋਈਆਂ। ਇਹਨਾਂ ਅੰਕੜਿਆਂ ਦੇ ਅਨੁਸਾਰ ਪੀਲ ਰੀਜਨਲ ਵਿੱਚ ਔਸਤਨ ਹਰ ਰੋਜ਼ 11 ਗੱਡੀਆਂ ਚੋਰੀ ਹੋ ਰਹੀਆਂ ਨੇ। ਚੋਰੀ ਦੀਆਂ ਤਾਜ਼ਾ ਘਟਨਾਵਾਂ। ਇਹਨਾਂ ਘਟਨਾਵਾਂ ਵਿੱਚ ਚੋਰਾਂ ਨੇ ਮਹਿੰਗੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕੈਲਗਰੀ ਸਟੈਂਪ ਮੀਡ ਮੇਲੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਸਨ। ਸਵੇਰੇ ਉਹਨਾਂ ਸੰਸਦ ਮੈਂਬਰ ਜਾਰਜ ਚਾਹਲ ਵੱਲੋਂ ਰੱਖੇ ਪੈਨਕੇਕ ਸਵੇਰ ਦੇ ਖਾਣੇ 'ਚ ਨਾਸ਼ਤਾ ਕੀਤਾ। ਉਪਰੰਤ ਜਸਟਿਨ ਟਰੂਡੋ ਨੇ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਦਿਨਾਂ ਦਾ ਇਹ ਮੇਲੇ ਦਾ ਜਸ਼ਨ ਸਾਰੀਆਂ ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ਵਾਸਤੇ ਇੱਕ ਟੁੱਲ ਚੁੰਬਕ ਬਣ ਗਿਆ। ਉਹਨਾਂ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਇਹ ਮੇਲਾ ਇਕੱਠਾ ਹੋ ਕੇ ਜਸ਼ਨ ਮਨਾਉਣ ਦਾ ਪਲ ਹੈ। ਇਸ ਸਮੇਂ ਉਹਨਾਂ ਕੋਵਿਡ-19 ਮਹਾਮਾਰੀ ਅਤੇ ਵਿਸ਼ਵ ਵਿਆਪੀ ਘਟਨਾਵਾਂ ਦੇ ਪ੍ਰਭਾਵਾਂ ਦਾ ਸੰਖੇਪ ਵਿੱਚ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਕੁਝ ਔਖੇ ਸਾਲ ਰਹੇ ਨੇ ਜਿੱਥੇ ਲੋਕਾਂ ਨੂੰ ਇਕੱਠੇ ਹੋ ਕੇ ਪੂਰਾ ਕਰਨਾ ਪਿਆ ਤੇ ਅਸੀਂ ਸੱਚਮੁੱਚ ਭਾਈਚਾਰੇ ਦੀ ਤਾਕਤ ਦੇਖੀ ਹੈ। ਇਸ ਮੌਕੇ ਜਿੱਥੇ ਜਸਟਿਨ ਟਰੂਡੋ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ, ਉੱਥੇ ਕੁਝ ਪ੍ਰਦਰਸ਼ਨਕਾਰੀ ਕੈਨੇਡੀਅਨ ਝੰਡਾ ਲੈ ਕੇ ਗਦਾਰ ਦੇ ਨਾਅਰੇ ਵੀ ਲਗਾਉਣ ਲੱਗ ਪਏ। ਪ੍ਰੋਗਰਾਮ ਦੇ ਅਖੀਰ ਵਿੱਚ ਸੰਸਦ ਮੈਂਬਰ ਜਾਰਜ ਚਾਹਲ ਨੇ ਆਏ ਸਾਰਿਆਂ ਦਾ ਧੰਨਵਾਦ ਕੀਤਾ। ਕੈਨੇਡਾ ਵਿੱਚ ਟੈਲੀਫੋਨ ਅਤੇ ਇੰਟਰਨੈਟ ਮੁਹੱਈਆ ਕਰਵਾਉਣ ਵਾਲੀ ਵੱਡੀ ਕੰਪਨੀ ਰੋਜ਼ਰ ਦੇ ਸਿਸਟਮ ਵਿੱਚ ਅਚਾਨਕ ਪਈ ਰੁਕਾਵਟ ਕਾਰਨ ਬੀਤੇ ਕੱਲ ਦੇਸ਼ ਵਿੱਚ ਕਰੋੜਾਂ ਲੋਕਾਂ ਨੂੰ ਦਿਨ ਭਰ ਟੈਲੀਫੋਨ ਅਤੇ ਇੰਟਰਨੈਟ ਤੋਂ ਬਿਨਾਂ ਰਹਿਣਾ ਪਿਆ ਸੀ। ਸੋਸ਼ਲ ਮੀਡੀਆ ਦੇ ਯੁੱਗ ਵਿੱਚ 15 ਘੰਟੇ ਫੋਨ ਤੋਂ ਬਿਨਾਂ ਗੁਜ਼ਾਰਾ ਬਹੁਤ ਸਾਰੇ ਲੋਕਾਂ ਵਾਸਤੇ
ਔਖਾ ਸੀ ਕਿਉਂਕਿ ਨਿਤ ਦਾ ਜੀਵਨ ਇੰਟਰਨੈਟ ਉੱਪਰ ਨਿਰਭਰ ਹੋ ਚੁੱਕਾ ਹੈ। ਇਹ ਵੀ ਕਿ ਵੱਡੀ ਗਿਣਤੀ ਵਿੱਚ ਕਾਰੋਬਾਰੀ ਅਦਾਰੇ, ਸਰਕਾਰੀ ਦਫ਼ਤਰ, ਬੈਂਕ, ATM, ਕ੍ਰੈਡਿਟ ਕਾਰਡ, ਐਮਰਜੈਂਸੀ ਸੇਵਾਵਾਂ, ਅਦਾਲਤਾਂ ਅਤੇ ਪੁਲਿਸ ਤੱਕ ਦਾ ਕੰਮਕਾਜ ਵੀ ਆਮ ਵਾਂਗ ਨਹੀਂ ਚੱਲ ਸਕਿਆ ਤੇ ਅਦਾਲਤਾਂ ਨੂੰ ਵਰਚੁਅਲ ਸੁਣਵਾਈਆਂ ਰੱਦ ਕਰਨੀਆਂ ਪਈਆਂ। ਲੋਕ ਆਪਣੇ ਈਮੇਲ ਤੱਕ ਵੀ ਚੈੱਕ ਨਾ ਕਰ ਸਕੇ। ਰੋਜ਼ਰਸ ਤੋਂ ਬਿਨਾਂ ਕੁਝ ਦੂਸਰੀਆਂ ਕੰਪਨੀਆਂ ਦੇ ਇੰਟਰਨੈਟ ਅਤੇ ਫੋਨ ਸੇਵਾ ਚੱਲ ਰਹੀ ਸੀ। ਨਾਸਾ ਦੇ ਜੇਮਸ ਵੈਬ ਟੈਲੀਸਕੋਪ ਨੇ ਡੂੰਘੇ ਪੁਲਾੜ ਦੀ ਪਹਿਲੀ ਅਜਿਹੀ ਤਸਵੀਰ ਦਿਖਾਈ ਹੈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ਇਹ ਨਾਸਾ ਅਤੇ ਉਸ ਦੀਆਂ ਭਾਈਵਾਲ ਏਜੰਸੀਆਂ ਲਈ ਵੱਡੀ ਗੱਲ ਹੈ। ਤੁਹਾਨੂੰ ਦੱਸ ਦਈਏ ਕਿ ਨਾਸਾ ਦੇ ਇਸ ਜੇਮਸ ਵੈਬ ਟੈਲੀਸਕੋਪ ਨੂੰ ਪਿਛਲੇ ਸਾਲ ਦਸੰਬਰ ਵਿੱਚ ਲਾਂਚ ਕੀਤਾ ਗਿਆ ਸੀ। ਯੂਰੋਪੀਅਨ ਸਪੇਸ ਏਜੰਸੀ ਅਤੇ ਕੈਨੇਡੀਅਨ ਸਪੇਸ ਏਜੰਸੀ ਵੀ ਇਸ ਵਿੱਚ ਭਾਈਵਾਲ ਨੇ। ਇਸ ਦੇ ਲਾਂਚ ਦੇ ਸਮੇਂ ਵਿਗਿਆਨੀਆਂ ਨੂੰ ਇਸ ਤੋਂ ਕਾਫੀ ਉਮੀਦਾਂ ਸਨ। ਵੱਲੋਂ ਭੇਜੀਆਂ ਗਈਆਂ ਤਾਜ਼ਾ ਫੋਟੋਆਂ ਨੇ ਇਹਨਾਂ ਉਮੀਦਾਂ ਤੇ ਖਰਾ ਉਤਰਿਆ ਹੈ। ਵਿਗਿਆਨੀਆਂ ਨੇ ਇਸ ਵੈਬ ਟੈਲੀਸਕੋਪ ਦੀ ਉਮਰ 10 ਸਾਲ ਦੱਸੀ ਹੈ, ਪਰ ਉਹਨਾਂ ਨੂੰ ਉਮੀਦ ਹੈ ਕਿ ਇਹ ਲਗਭਗ 20 ਸਾਲ ਕੰਮ ਕਰਦੀ ਰਹੇਗੀ। ਵੈਬ ਟੈਲੀਸਕੋਪ ਨੇ ਵਿਗਿਆਨੀਆਂ ਨੂੰ ਡੂੰਘੇ ਸਪੇਸ ਦੇ ਪਹਿਲੇ ਰੰਗ ਦੇ ਚਿੱਤਰ ਅਤੇ ਸਪੈਕਟ੍ਰੋਸਕੋਪਿਕ ਡੇਟਾ ਪ੍ਰਦਾਨ ਕੀਤੇ ਨੇ। ਇਹ ਸਾਰੀਆਂ ਤਸਵੀਰਾਂ ਮੰਗਲਵਾਰ 12 ਜੁਲਾਈ 2022 ਨੂੰ ਨਾਸਾ ਦੁਆਰਾ ਅਧਿਕਾਰਤ ਤੌਰ ਤੇ ਲਾਈਵ ਪ੍ਰਸਾਰਣ ਵਿੱਚ ਦਿਖਾਈਆਂ ਜਾਣਗੀਆਂ, ਜੋ ਕਿ ਸਥਾਨਕ ਸਮੇਂ ਅਨੁਸਾਰ ਲਗਭਗ 10:30 ਵਜੇ ਸ਼ੁਰੂ ਹੋਏਗਾ। ਇਸ ਤੋਂ ਇਲਾਵਾ ਭਲਕੇ ਤਸਵੀਰਾਂ ਨਾਸਾ ਦੀ ਵੈਬਸਾਈਟ ਤੇ ਵੀ ਮੌਜੂਦ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਕੱਲ੍ਹ ਤੋਂ ਹੀ ਇਹ ਦੂਰਬੀਨ ਵੀ ਅਧਿਕਾਰਤ ਤੌਰ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਗੀ। ਜੇਮਸ ਬੌਬ ਦੀਆਂ ਇਹਨਾਂ ਤਸਵੀਰਾਂ ਵਿੱਚ ਕੈਰੀਨਾ ਨੇਬੂਲਾ ਦੀ ਤਸਵੀਰ ਵੀ ਸ਼ਾਮਲ ਹੈ, ਜੋ ਧਰਤੀ ਤੋਂ ਲਗਭਗ 7600 ਪ੍ਰਕਾਸ਼ ਸਾਲ ਦੀ ਦੂਰੀ ਤੇ ਮੌਜੂਦ ਹੈ। ਸ੍ਰੀਲੰਕਾ ਵਿੱਚ ਸਿਆਸੀ ਅਤੇ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਸਕੱਤਰੇਤ ਤੇ ਧਾਵਾ ਬੋਲ ਦਿੱਤਾ ਤੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਸਤੀਫਾ ਨਹੀਂ ਦਿੰਦੇ, ਅਸੀਂ ਨਹੀਂ ਹਿੱਲਾਂਗੇ। ਦੇਸ਼ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਡੀਜ਼ਲ, ਪੈਟਰੋਲ, ਐਂਬੂਲੈਂਸ ਚਲਾਉਣ ਲਈ ਵੀ ਨਹੀਂ ਬਚਿਆ। ਐਂਬੂਲੈਂਸ ਸੇਵਾ ਨੇ ਲੋਕਾਂ ਨੂੰ ਕਾਲ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸੇਵਾ ਕਰਨ ਤੋਂ ਅਸਮਰੱਥ ਹਾਂ। ਇਸ ਦੌਰਾਨ ਸਪੀਕਰ ਮਹਿੰਦਾ ਯਾਪਾ ਨੇ ਕਿਹਾ ਕਿ ਰਾਸ਼ਟਰਪਤੀ ਦੇਸ਼ ਛੱਡ ਗਏ ਨੇ ਅਤੇ ਉਹ ਬੁੱਧਵਾਰ ਤੱਕ ਵਾਪਸ ਆ ਜਾਣਗੇ। ਹਾਲਾਂਕਿ ਸਪੀਕਰ ਨੇ ਬਾਅਦ ਵਿੱਚ ਪਲਟਦੇ ਹੋਏ ਕਿਹਾ ਕਿ ਉਹਨਾਂ ਨੇ ਗਲਤੀ ਨਾਲ ਕਿਹਾ ਸੀ ਕਿ ਰਾਸ਼ਟਰਪਤੀ ਦੇਸ਼ ਛੱਡ ਗਏ ਨੇ। ਉਹ ਇੱਥੇ ਨੇ। ਵਿਦੇਸ਼ੀ ਫੰਡਿੰਗ ਤੋਂ ਬਿਨਾਂ ਸ਼੍ਰੀਲੰਕਾ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਭਾਰਤ ਦੇ ਅਗਲੇ ਸਾਲ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੇ ਰੂਪ ਵਿੱਚ ਚੀਨ ਤੋਂ ਅੱਗੇ ਨਿਕਲ ਜਾਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਪ੍ਰੋਸਪੈਕਟ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੁਆਰਾ ਵਿਸ਼ਵ ਜਨਸੰਖਿਆ ਸੰਭਾਵਨਾ 2000 ਵਿੱਚ ਕਿਹਾ ਗਿਆ ਹੈ ਕਿ ਕੌਮਾਂਤਰੀ ਜਨਸੰਖਿਆ 15 ਨਵੰਬਰ 2022 ਨੂੰ 8 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ। ਕੌਮਾਂਤਰੀ ਜਨਸੰਖਿਆ 1950 ਦੇ ਬਾਅਦ ਤੋਂ ਸਭ ਤੋਂ ਹੌਲੀ ਗਤੀ 'ਚ ਵੱਧ ਰਹੀ ਹੈ ਅਤੇ 2020 ਵਿੱਚ 1% ਤੋਂ ਘਟ ਗਈ ਹੈ। ਸੰਯੁਕਤ ਰਾਸ਼ਟਰ ਦੇ ਨਵੀਨਤਮ ਅਨੁਮਾਨਾਂ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਦੀ ਜਨਸੰਖਿਆ 2030 ਵਿੱਚ ਲਗਭਗ 8.5 ਅਰਬ ਅਤੇ 2050 ਵਿੱਚ 9.7 ਅਰਬ ਤੱਕ ਵੱਧ ਸਕਦੀ ਹੈ। ਅਨੁਮਾਨ ਦੇ ਮੁਤਾਬਕ ਇਸ ਦੇ 2080 ਦੇ ਦੌਰਾਨ ਲਗਭਗ 10.4 ਅਰਬ ਲੋਕਾਂ ਦੀ ਆਬਾਦੀ ਦੇ ਨਾਲ ਹੀ ਸਿਖਰ ਤੇ ਪਹੁੰਚਣ ਅਤੇ ਸਾਲ 2100 ਤੱਕ ਉਸ ਪੱਧਰ ਤੇ ਬਣੇ ਰਹਿਣ ਦਾ ਅਨੁਮਾਨ ਹੈ। ਯੂਕਰੇਨ ਵਿੱਚ ਰੂਸ ਦਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਦੇ ਤਹਿਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਯੂਕਰੇਨ ਦੇ ਸਾਰੇ ਲੋਕਾਂ ਨੂੰ ਰੂਸੀ ਨਾਗਰਿਕਤਾ ਦੇਣ ਲਈ ਤੇ ਇਸ ਪ੍ਰਕਿਰਿਆ ਦਾ ਵੇਰਵਾ ਦੇਣ ਵਾਲੇ ਇੱਕ ਆਦੇਸ਼ ਤੇ ਦਸਤਖਤ ਕੀਤੇ। ਹਾਲ ਹੀ ਵਿੱਚ ਨਾਗਰਿਕਤਾ ਦੀ ਪ੍ਰਕਿਰਿਆ ਕੇਵਲ ਯੂਕਰੇਨ ਦੇ ਦੋਨੇਤਸਕ ਲੁਹਾਨਸਕ ਖੇਤਰ ਦੇ ਨਾਲ ਦੱਖਣੀ ਜ਼ਾਜ਼ਾਪੋਰਜ਼ੀਆ ਅਤੇ ਖੇਰਾਸਨ ਖੇਤਰ ਦੇ ਲੋਕਾਂ ਲਈ ਸਧਾਰਨ ਸੀ। ਇਨ੍ਹਾਂ ਖੇਤਰਾਂ ਦੇ ਵੱਡੇ ਹਿੱਸੇ ਤੇ ਰੂਸ ਦਾ ਕੰਟਰੋਲ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਪੁਤਿਨ ਦੇ ਐਲਾਨ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸਾਲ 2019 ਵਿੱਚ ਸਭ ਤੋਂ ਪਹਿਲਾਂ ਡੋਨੇਤਸਕ ਅਤੇ ਲੁਹਾਨਸਕ ਦੇ ਨਿਵਾਸੀਆਂ ਲਈ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਮੋਗਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਦੀ ਆਸਟ੍ਰੇਲੀਆ ਵਿੱਚ ਮੌਤ ਹੋ ਗਈ, ਜਿਸ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ 23 ਸਾਲਾ ਲਵਪ੍ਰੀਤ ਸਿੰਘ ਗਿੱਲ ਪੁੱਤਰ ਹਰਵੰਸ ਸਿੰਘ ਗਿੱਲ ਪਿੰਡ ਬਹਿਰਾਮਾਕੇ ਦਾ ਰਹਿਣ ਵਾਲਾ ਸੀ, ਜਿਸ ਦੀ ਅਚਾਨਕ ਆਸਟ੍ਰੇਲੀਆ 'ਚ ਮੌਤ ਹੋ ਗਈ। ਲਵਪ੍ਰੀਤ ਸਿਡਨੀ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਅਤੇ ਰੋਜ਼ ਦੀ ਰੋਟੀ ਕਮਾਉਣ ਲਈ 3 ਸਾਲ ਪਹਿਲਾਂ ਗਿਆ ਸੀ। ਲਵਪ੍ਰੀਤ 2 ਭੈਣਾਂ ਦਾ ਭਰਾ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇੱਕ ਭੈਣ ਤੇ ਪਿਤਾ ਲਵਪ੍ਰੀਤ ਦੇ ਕੋਲ ਆਸਟ੍ਰੇਲੀਆ 'ਚ ਰਹਿੰਦੇ ਸਨ ਅਤੇ ਇੱਕ ਭੈਣ ਤੇ ਮਾਂ ਕੈਨਾ 'ਚ ਰਹਿ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਲਵਪ੍ਰੀਤ ਦੀ ਮੌਤ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਥਾਂ ਲੈਣ ਵਾਲੇ ਬ੍ਰਿਟੇਨ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਏਗਾ। ਟੌਰੀ ਦੇ ਨਾਮ ਨਾਲ ਜਾਣੀ ਜਾਂਦੀ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਕਰਨ ਲਈ ਜ਼ਿੰਮੇਵਾਰ ਸੰਸਥਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਵਾਂ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਥਾਂ ਲਏਗਾ। 1922 ਕਮੇਟੀ ਆਫ ਕੰਜ਼ਰਵੇਟਿਵ ਬੈਂਚ ਦੇ ਮੈਂਬਰਾਂ ਨੇ ਚੋਣਾਂ ਲਈ ਸਮਾਂ ਸਾਰਣੀ ਅਤੇ ਨਿਯਮ ਤੈਅ ਕੀਤੇ ਨੇ। ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਤੇ ਅਧਿਕਾਰਤ ਤੌਰ ਤੇ ਮੰਗਲਵਾਰ ਨੂੰ ਸ਼ੁਰੂ ਅਤੇ ਖਤਮ ਵੀ ਹੋਏਗੀ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੁਣ ਤੱਕ 11 ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਬ੍ਰਿਟਿਸ਼ ਭਾਰਤੀ ਮੂਲ ਦੇ ਸਾਬਕਾ ਕੈਬਨਿਟ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਕੰਜ਼ਰਵੇਟਿਵ ਪਾਰਟੀ ਵਿੱਚ ਬੋਰਿਸ ਜੌਨਸਨ ਦੀ ਥਾਂ ਲੈਣ ਦੀ ਦੌੜ ਵਿੱਚ ਮੁੱਖ ਦਾਅਵੇਦਾਰ ਨੇ। ਪੰਜਾਬ ਵਿੱਚ ਹੁਣ ਜਿੱਥੇ ਵਾਹਨ ਖਰੀਦੋਗੇ ਗੱਡੀ ਦੀ ਉੱਥੇ ਹੀ ਰਜਿਸਟ੍ਰੇਸ਼ਨ ਹੋਏਗੀ। ਇਸ ਤੋਂ ਬਾਅਦ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਹੋਮ ਡਿਲੀਵਰੀ ਹੋਏਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਲੋਕਾਂ ਨੂੰ ਆਰਸੀ ਬਣਵਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਧੱਕੇ ਨਹੀਂ ਖਾਣੇ ਪੈਣਗੇ। ਸਰਕਾਰ ਮੁਤਾਬਕ ਸਾਰੇ ਡੀਲਰਾਂ ਨੂੰ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਨੇ। ਕਾਰ ਖਰੀਦਣ ਤੋਂ ਬਾਅਦ ਲੋਕ ਮੌਕੇ ਤੇ ਇਸ ਦਾ ਨੰਬਰ ਵੀ ਚੁਣ ਸਕਦੇ ਨੇ। ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਡੀਲਰ ਪੱਧਰ ਤੇ ਹੀ ਮਨਜ਼ੂਰ ਕੀਤਾ ਜਾਏਗਾ। ਇਸ ਦੇ ਨਾਲ ਹੀ ਡੀਲਰ ਵੱਲੋਂ ਹਾਈ ਸਿਕਿਉਰਿਟੀ ਨੰਬਰ ਪਲੇਟ ਦੀ ਪ੍ਰਵਾਨਗੀ ਵੀ ਦਿੱਤੀ ਜਾਏਗੀ। ਇਸ ਤੋਂ ਬਾਅਦ ਲੋਕ ERC ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਨੇ। ਦੱਸ ਦੇ ਕਿ ਇਸ ਵੇਲੇ ਰਜਿਸਟ੍ਰੇਸ਼ਨ ਲਈ ਅਰਜ਼ੀ ਡੀਲਰ ਪੱਧਰ ਤੇ ਕੀਤੀ ਜਾਂਦੀ ਹੈ, ਪਰ ਫਿਰ RC ਲਈ ਕਦੇ ਕਿਸੇ RTA ਦਫ਼ਤਰ ਕਦੇ ਕਿਸੇ ਡੀਲਰ ਕੋਲ ਜਾਣਾ ਪੈਂਦਾ ਹੈ। ਹੁਣ ਲੋਕ ERC ਨੂੰ ਡਾਊਨਲੋਡ ਅਤੇ ਵਰਤ ਸਕਦੇ ਨੇ। ਸ਼ਹਿਰ ਦੇ ਇੱਕ ਦੁਕਾਨਦਾਰ ਨਾਲ ਦੁਕਾਨ ਦੇ ਮਾਲਕ ਵੱਲੋਂ ਕਥਿਤ ਤੌਰ ਤੇ ਮਾਰ ਕੁਟਾਈ ਕਰਨ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਸ਼ਹਿਰ ਦੇ ਵਪਾਰੀ ਸੜਕ ਤੇ ਆ ਗਏ ਅਤੇ ਥਾਣੇ ਮੋਰੇ ਰੋਡ ਜਾਮ ਕਰਕੇ ਧਰਨੇ ਦੇ ਦਿੱਤੇ। ਇਕੱਠੇ ਹੋਏ ਵਪਾਰੀਆਂ ਨੇ ਥਾਣਾ ਸਿਟੀ ਦੇ ਬਾਹਰ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਥਾਣਾ ਸਿਟੀ SHO ਦੀ ਗੈਰ ਹਾਜ਼ਰੀ ਵਿੱਚ ਥਾਣਾ ਸਦਰ ਦੇ SHO ਅਮਨਦੀਪ ਸਿੰਘ ਅਤੇ SP ਰਾਜਵੀਰ ਸਿੰਘ ਮੌਕੇ ਤੇ ਪਹੁੰਚੇ ਤੇ ਵਪਾਰੀਆਂ ਨਾਲ ਗੱਲਬਾਤ ਕੀਤੀ, ਪਰ ਵਪਾਰੀ ਤੁਰੰਤ FIR ਦਰਜ ਕਰਨ ਤੇ ਅੜੇ ਰਹੇ, ਜਿਸ ਕਾਰਨ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ ਸੀ। ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਸੰਜੀਵ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ਵਿੱਚ ਇੱਕ ਦੁਕਾਨ ਵਿੱਚ ਆਰਕੀਟੈਕਟ ਦਾ ਕੰਮ ਕਰਦਾ ਹੈ ਤੇ ਤੁਕਾਂ 10-12 ਸਾਲ ਤੋਂ ਉਸੇ ਕੋਲ ਹੀ ਨੇ। ਇਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ। ਬਾਵਜੂਦ ਇਸ ਦੇ ਦੁਕਾਨ ਦੇ ਮਾਲਕ ਨੇ ਬੀਤੇ ਦਿਨੀ ਅਣਪਛਾਤੇ ਬੰਦਿਆਂ ਨੂੰ ਨਾਲ ਲਿਆ ਕੇ ਦੁਕਾਨ ਵਿੱਚ ਸਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਸ ਉੱਤੇ ਹਮਲਾ ਕਰ ਦਿੱਤਾ। ਮੈਡੀਕਲ ਰਿਪੋਰਟ ਦੇ ਬਾਵਜੂਦ ਪੁਲਿਸ ਨੇ 4 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਲਾਭਪਾਤਰੀਆਂ ਤੇ ਆਰਥਿਕ ਬੋਝ ਨੂੰ ਘਟਾਉਣ ਅਤੇ ਲਾਭਪਾਤਰੀ ਸੁਖਾਲੇ ਅਤੇ ਪਾਰਦਰਸ਼ੀ ਢੰਗ ਨਾਲ ਆਪਣਾ ਮਹੀਨਾਵਾਰ ਰਾਸ਼ਨ ਪ੍ਰਾਪਤ ਕਰ ਸਕਣ ਨੂੰ ਯਕੀਨ ਬਣਾਉਣ ਦੇ ਉਦੇਸ਼ ਨਾਲ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਰਾਸ਼ਨ ਦੀ ਹੋਮ ਡਿਲੀਵਰੀ ਦੀ ਸੇਵਾ ਨੂੰ ਸ਼ੁਰੂ ਕਰਕੇ ਮਹੱਤਵਪੂਰਨ ਉਪਰਾਲਾ ਆਰੰਭਿਆ ਗਿਆ। ਇਹਨਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵੀਂ ਬਣੀ ਪੰਜਾਬ ਰਾਜ ਸਹਿਕਾਰੀ D2D ਮਾਰਕੀਟਿੰਗ ਸੁਸਾਇਟੀ ਲਿਮਟਿਡ ਵੱਲੋਂ ਡਿਲੀਵਰੀ ਸੇਵਾਵਾਂ ਨੂੰ ਸ਼ਾਮਲ ਕਰਨ ਤੇ ਫਲੋਰ ਮਿੱਲਾਂ ਨੂੰ ਸੂਚੀਬੱਧ ਕਰਨ ਲਈ ਟੈਂਡਰ ਜਾਰੀ ਕੀਤੇ ਗਏ ਨੇ। ਉਹਨਾਂ ਅੱਗੇ ਕਿਹਾ ਕਿ ਵੱਧ ਤੋਂ ਵੱਧ ਪਾਰਦਰਸ਼ਤਾ ਅਤੇ ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਲੀਵਰੀ ਸੇਵਾਵਾਂ ਸੰਬੰਧੀ ਟੈਂਡਰ ਦੇਸ਼ ਭਰ ਵਿੱਚ ਇੱਕ ਪ੍ਰਮੁੱਖ ਆਰਥਿਕ ਰੋਜ਼ਾਨਾ ਅਖਬਾਰ ਵਿੱਚ ਪ੍ਰਕਾਸ਼ਿਤ ਕੀਤੇ ਗਏ ਨੇ ਅਤੇ ਇਸ ਦੇ ਮੁਲਾਂਕਣ ਸਮੇਤ ਸਾਰੀ ਟੈਂਡਰ ਪ੍ਰਕਿਰਿਆ ਸੂਬਾ ਸਰਕਾਰ ਦੇ ਪ੍ਰੋਕਿਊਰਮੈਂਟ ਪੋਰਟਲ ਤੇ ਆਨਲਾਈਨ ਹੋਏਗੀ। ਇਸ ਸੇਵਾ ਦੇ ਲਾਭਾਂ ਨੂੰ ਉਜਾਗਰ ਕਰਦਿਆਂ ਬੁਲਾਰੇ ਨੇ ਕਿਹਾ ਕਿ ਲਾਭਪਾਤਰੀ ਨੂੰ ਹੁਣ ਰਾਸ਼ਨ ਦੀਆਂ ਦੁਕਾਨਾਂ ਬਾਹਰ ਲੰਬੀਆਂ ਕਤਾਰਾਂ 'ਚ ਉਡੀਕ ਕਰਨ ਅਤੇ ਆਪਣੀ ਦਿਹਾੜੀ ਛੱਡਣ ਦੀ ਲੋੜ ਨਹੀਂ ਪਏਗੀ। ਉਹਨਾਂ ਨੇ ਅੱਗੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦੀ ਖਰਾਬੀ ਨੂੰ ਦੂਰ ਕੀਤਾ ਜਾਏਗਾ, ਕਿਉਂਕਿ ਜੋ ਕਣਕ ਦੇ ਮੁਕਾਬਲੇ ਆਟੇ ਵਿੱਚ ਕਪਲੇਬਾਜ਼ੀ ਕਰਨਾ ਜ਼ਿਆਦਾ ਔਖਾ ਹੈ। ਉਹਨਾਂ ਨੇ ਦੱਸਿਆ ਕਿ ਪਹਿਲੀ ਵਾਰ SMS ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਲਾਭਪਾਤਰੀ ਨੂੰ ਰਾਸ਼ਨ ਦੀ ਨਿਰਧਾਰਤ ਹੋਮ ਡਿਲੀਵਰੀ ਦੀ ਮਿਤੀ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਏਗਾ। ਰਾਸ਼ਨ ਵੰਡ ਦੀ ਰਫ਼ਤਾਰ ਵਿੱਚ ਸੁਧਾਰ ਲਿਆਉਣ ਦੇ ਸੰਬੰਧ ਵਿੱਚ ਬੁਲਾਰੇ ਨੇ ਦੱਸਿਆ ਕਿ ਪਹਿਲੀ ਵਾਰ ਹੋਏਗਾ ਕਿ ਆਟਾ ਦੇ ਰੂਪ ਵਿੱਚ ਅਨਾਜ ਦੀ ਸਾਲ ਭਰ ਦੌਰਾਨ ਨਿਰੰਤਰ ਵੰਡ ਕਰਨੀ ਜਾਰੀ ਰੱਖੀ ਜਾਏਗੀ, ਜੋ ਕਿ ਮੌਜੂਦਾ ਸਥਿਤੀ ਦੇ ਬਿਲਕੁਲ ਉਲਟ ਹੋਏਗਾ, ਜਦੋਂ ਮੰਡੀਆਂ ਵਿੱਚ PDS ਕਣਕ ਦੀ ਮੁੜ ਵਿਕਰੀ ਨੂੰ ਰੋਕਣ ਲਈ ਮਾਰਚ, ਅਪ੍ਰੈਲ ਅਤੇ ਮਈ ਦੌਰਾਨ ਕਣਕ ਵੰਡ ਤੇ ਰੋਕ ਲਗਾਈ ਗਈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।